A very good morning to my dear students. Today we are going to continue with the previous topic, that is the methods of collection of data. Today we are going to learn about the third method, that is the telephone interview. Telephone interview itself clear its meaning that interview is conducted on the telephone. So in this method of data collection, the investigator ask questions over the telephones. मतलब investigators जिन्ने भी respondents हैगे ने ਉਹਨਾਂ ਸਾਰਿਆਂ ਦੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਉਹ ਕਿਹਦੇ ਉੱਪਰ ਕਰੇਗਾ, ਟੈਲੀਫੋਨ ਤੇ ਕਰੇਗਾ, ਵਿਚ ਇਜ਼ ਅ ਵੈਰੀ ਚੀਪ ਮੋਡ ਆਫ ਟਰਾਂਸਫਰ ਕਮਿਊਨੀਕੇਸ਼ਨ. ਐਡਵਾਂਟੇजेस. ਫਸਟ ਐਡਵਾਂਟੇਜ ਇਹਦਾ ਕੀ ਹੈ, ਦੇ ਆਰ ਦਾ ਚੀਪਰ ਦੈਨ ਦਾ ਪਰਸਨਲ ਇੰਟਰਵਿਊਜ਼. ਪਰਸਨਲ ਇੰਟਰਵਿਊਜ਼ 'ਚ ਜਿਹੜਾ ਇੰਟਰਵਿਊਅਰ ਹੈ ਉਹਨੂੰ ਕੀ ਕਰਨਾ ਪੈਂਦਾ ਸੀ, ਹਰ ਇੱਕ ਜਿਹੜਾ ਇਨਫੋਰਮੈਂਟ ਹੈ ਉਹਦੇ ਕੋਲ ਪਰਸਨਲੀ ਜਾ ਕੇ ਡੇਟਾ ਕਲੈਕਟ ਕਰਨਾ ਪੈਂਦਾ ਸੀ. ਬਟ ਥਰੂ ਟੈਲੀਫੋਨਿਕ ਇੰਟਰਵਿਊ ਇਨਵੈਸਟੀਗੇਟਰ ਡਾਇਰੈਕਟਲੀ ਰਿਸਪੋਂਡੈਂਟ ਨੂੰ ਕੁਐਸਚਨਸ ਪੁੱਛ ਰਿਹਾ ਹੈਗਾ, ਬਟ ਉਹਨੂੰ ਉੱਥੇ ਹਰ ਥਾਂ ਦੇ ਉੱਪਰ ਨਹੀਂ ਜਾਣਾ ਪਏਗਾ. ਉਹ ਕੀ ਕਰਦਾ ਪਿਆ, ਦੇ ਆਰ ਆਸਕਿੰਗ ਦਾ ਕੁਐਸਚਨ ਓਵਰ ਦਾ ਟੈਲੀਫੋਨ. ਸੋ ਦਿਸ ਮੈਥਡ ਇਜ਼ ਕੁਆਇਟ ਚੀਪਰ ਐਜ਼ ਕੰਪੇਅਰ ਟੂ ਦਾ ਪਰਸਨਲ ਇੰਟਰਵਿਊਜ਼. Now they can be conducted in shorter time because conversation ਜਿਹੜੀ ਹੈ ਬਹੁਤ ਥੋੜੀ ਹੋਏਗੀ. ਕੁਐਸਚਨੇਅਰ ਲਿਮਿਟਿਡ ਕੁਐਸਚਨਸ ਦਾ ਹੀ ਅਸੀਂ ਬਣਾਉਂਦੇ ਹਾਂ. ਸੋ ਇਹ ਸ਼ਾਰਟਰ ਟਾਈਮ ਦੇ ਵਿੱਚ ਹੋ ਜਾਏਗਾ. ਪਰਸਨਲ ਇੰਟਰਵਿਊ ਵਿੱਚ ਜਿਹੜਾ ਇਨਵੈਸਟੀਗੇਟਰ ਸੀ ਉਹਨੂੰ ਮੂਵ ਕਰਨਾ ਪੈਂਦਾ ਸੀ ਵਨ ਪਲੇਸ ਟੂ ਦਾ ਅਦਰ ਪਲੇਸਿਸ, ਸੋ ਇਟ ਟੇਕਸ ਲੌਂਗ ਟਾਈਮ. ਬਟ ਟੈਲੀਫੋਨ ਇੰਟਰਵਿਊ ਦੇ ਵਿੱਚ ਜਿਹੜਾ ਇਨਵੈਸਟੀਗੇਟਰ ਹੈਗਾ ਉਹਨੂੰ ਕੀ ਹੋਏਗਾ, ਬਸ ਉਹਨੂੰ ਇੱਕ ਕੁਐਸਚਨ ਪੁੱਛਣਾ, ਕੁਐਸਚਨੇਅਰ ਆਪਣਾ ਕੰਪਲੀਟ ਕਰਵਾਉਣਾ ਹੋਏਗਾ ਓਵਰ ਦਾ ਟੈਲੀਫੋਨ. ਸੋ ਇਹ ਕੀ ਹੋਏਗਾ, ਸ਼ਾਰਟਰ ਟਾਈਮ ਡਿਊਰੇਸ਼ਨ ਵਿੱਚ ਹੋ ਜਾਏਗਾ. The researcher can clarify the questions to the respondent. ਹੁਣ ਇਹਦੇ ਵਿੱਚ ਕੀ ਹੋਏਗਾ ਕਿ ਜਦੋਂ ਪ੍ਰੋਬਲਮ ਜਿਹੜਾ ਅਸੀਂ ਕਿਹਾ ਸੀ ਕਿ ਮਿਸਅੰਡਰਸਟੈਂਡਿੰਗ ਤੇ ਮਿਸਇੰਟਰਪ੍ਰੀਟੇਸ਼ਨ ਦੀ ਆਉਂਦੀ ਹੈਗੀ ਹੈ ਰਿਸਪੋਂਡੈਂਟ ਨੂੰ, ਬਟ ਰਿਸਪੋਂਡੈਂਟ ਜਿਹੜਾ ਹੈਗਾ ਇਹਦੇ ਵਿੱਚ ਈਜ਼ੀਲੀ ਕਲੈਰੀਫਾਈ ਕਰ ਸਕਦਾ ਹੈਗਾ, ਕੁਐਸਚਨਸ ਪੁੱਛ ਸਕਦਾ ਹੈਗਾ ਇਨਵੈਸਟੀਗੇਟਰ ਨੂੰ. ਸੋ ਰਿਸਰਚਰ ਕਲੈਰੀਫਾਈ ਕਰ ਦੇਗਾ ਕੁਐਸਚਨਸ ਟੂ ਦ ਰਿਸਪੋਂਡੈਂਟ ਐਂਡ ਉਹ ਜਿਹੜਾ ਸਾਡਾ ਮਿਸਅੰਡਰਸਟੈਂਡਿੰਗ ਤੇ ਮਿਸਇੰਟਰਪ੍ਰੀਟੇਸ਼ਨ ਦਾ ਜਿਹੜਾ ਬੈਰੀਅਰ ਸੀ ਡੈਟ ਵਿਲ ਬੀ ਈਜ਼ੀਲੀ ਰਿਮੂਵਡ. Next is this method is better when the respondent are not interested to answer certain questions in the personal interview. ਹੁਣ ਇਹ ਮੈਥਡ ਉਦੋਂ ਹੋਰ ਵਧੀਆ ਹੋ ਜਾਂਦਾ ਹੈਗਾ ਜਦੋਂ ਸਮਟਾਈਮਸ ਜਿਹੜੇ ਹੈਗੇ ਨੇ ਕੁਝ ਜਿਹੜੇ ਰਿਸਪੋਂਡੈਂਟ ਆ ਮਾਈਟ ਬੀ ਦੇ ਆਰ ਨਾਟ ਅਵੇਲੇਬਲ ਐਟ ਦੈਟ ਟਾਈਮ ਜਦੋਂ ਇਨਵੈਸਟੀਗੇਟਰ ਨੇ ਕੁਐਸਚਨਸ ਪੁੱਛਣੇ ਸੀ, ਜਾਂ ਦੇ ਆਰ ਨਾਟ ਇੰਟਰਸਟਿਡ ਟੂ ਆਨਸਰ ਦੈਟ ਕੁਐਸਚਨਸ ਡਾਇਰੈਕਟਲੀ. ਸੋ ਇਹ ਕੁਐਸਚਨ ਜਿਹੜਾ ਮੈਥਡ ਹੈਗਾ ਇਹ ਉਦੋਂ ਵਧੀਆ ਹੋ ਜਾਏਗਾ ਜਦੋਂ ਰਿਸਪੋਂਡੈਂਟ ਇੰਟਰਸਟਿਡ ਨਹੀਂ ਹੁੰਦੇ ਕੁਝ ਕੁਐਸਚਨਸ ਦੇ, ਬਟ ਉਹ ਇੰਟਰਵਿਊ ਟੈਲੀਫੋਨ ਦੇ ਉੱਪਰ ਉਹੀ ਕੁਐਸਚਨਸ ਦਾ ਸੇਮ ਦਾ ਕੀ ਸਾਨੂੰ ਦੇ ਦਿੰਦੇ ਨੇ, ਰਿਸਪੌਂਸ ਦੇ ਦਿੰਦੇ ਨੇ. ਨੈਕਸਟ ਇਜ਼ ਇਟ ਕਵਰਡ ਪਾਪੂਲੇਸ਼ਨ ਲਿਵਿੰਗ ਐਟ ਡਿਸਟੈਂਟ ਪਲੇਸਿਸ. ਅੱਗੇ ਟਰੈਵਲਿੰਗ ਕਰਨ 'ਚ ਇਨਵੈਸਟੀਗੇਟਰ ਦਾ ਬਹੁਤ ਟਾਈਮ ਲੱਗਦਾ ਸੀ, ਹੁਣ ਡਿਸਟੈਂਟ ਪਲੇਸਿਸ ਦੇ ਉੱਪਰ ਜੇ ਪਾਪੂਲੇਸ਼ਨ ਰਹਿ ਰਹੀ ਹੈ ਤੇ ਓਵਰ ਦਾ ਟੈਲੀਫੋਨ ਅਸੀਂ ਉਹਨਾਂ ਨੂੰ ਇਨਵੈਸਟੀਗੇਟ ਕਰ ਸਕਦੇ ਹਾਂ. ਸੋ ਇਟ ਸੇਵਸ ਟਾਈਮ ਐਂਡ ਮਨੀ. ਟਾਈਮ ਐਂਡ ਮਨੀ ਇਨਵੈਸਟੀਗੇਟਰ ਦਾ ਦੋਨੋਂ ਪੋਸੀਬਿਲਿਟੀਜ਼ ਦੇ ਵਿੱਚ ਸੇਵ ਕਰਦਾ ਪਿਆ. ਨੈਕਸਟ ਇਜ਼ ਲਿਟਰੇਟ ਐਂਡ ਇਲਿਟਰੇਟ ਪੀਪਲ ਕੈਨ ਪਾਰਟੀਸਿਪੇਟ ਇਨ ਦਾ ਸਰਵੇ. ਬਾਕੀ ਮੈਥਡਸ ਇਹ ਪ੍ਰੋਬਲਮ ਆਉਂਦੀ ਸੀ ਕਿ ਕੁਝ ਲਿਟਰੇਟ ਵਾਸਤੇ ਸੀ, ਇਲਿਟਰੇਟ ਕਵਰਡ ਨਹੀਂ ਹੁੰਦੇ ਸੀ, ਬਟ ਟੈਲੀਫੋਨਿਕ ਇੰਟਰਵਿਊ ਦੇ ਵਿੱਚ ਅਸੀਂ ਬਾਈਲੈਂਗੁਅਲ ਹੋ ਕੇ ਇਲਿਟਰੇਟ ਪੀਪਲ ਜਿਹੜੇ ਹੈਗੇ ਨੇ ਉਹਨਾਂ ਕੋਲੋਂ ਵੀ ਅਸੀਂ ਇਨਵੈਸਟੀਗੇਟ ਕਰ ਸਕਦੇ ਹਾਂ. ਸੋ ਇਹ ਕਵਰ ਕਰਦੇ ਨੇ ਮੇਜਰ ਪਾਪੂਲੇਸ਼ਨ ਨੂੰ ਇਹ ਕਵਰ ਕਰ ਲੈਂਦਾ. ਬਟ ਸਰਟਨ ਡਿਸਐਡਵਾਂਟੇजेस ਆਫ ਦਿਸ ਮੈਥਡ ਆਰ, ਉਹ ਡਿਸਐਡਵਾਂਟੇजेस ਕੀ ਹੈਗੀ ਹੈ. First is limited use or low access to the people as many people do not on telephone or due to network problem. ਪ੍ਰੋਬਲਮ ਇਹਦੀ ਸਭ ਤੋਂ ਵੱਡੀ ਡਿਸਐਡਵਾਂਟੇजेस ਵਿੱਚ ਇਹਦੀ ਲਿਮਿਟੇਸ਼ਨ ਵਿੱਚ ਕੀ ਆਉਂਦੀ ਹੈ ਕਿ ਇਹਦੀ ਲਿਮਿਟਿਡ ਯੂਜ਼ ਹੈ ਕਿ ਜਿੰਨਾ ਕੋਲ ਟੈਲੀਫੋਨ ਹੈ ਇਨਵੈਸਟੀਗੇਟਰ ਉਹਨਾਂ ਨੂੰ ਹੀ ਕਾਲ ਕਰ ਸਕਦਾ, ਜਾਂ ਟੈਲੀਫੋਨ ਈਜ਼ੀਲੀ ਅਵੇਲੇਬਲ ਹੈਗਾ ਬਟ ਡਿਊ ਟੂ ਨੈਟਵਰਕ ਪ੍ਰੋਬਲਮ ਜਿਹੜੀ ਹੈਗੀ ਹੈ ਉਹਦੇ ਕਾਰਨ ਵੀ ਜਿਹੜਾ ਹੈਗਾ ਇਨਵੈਸਟੀਗੇਟਰ ਜਿਹੜਾ ਉਹ ਪ੍ਰੋਪਰਲੀ ਰੀਚ ਨਹੀਂ ਉਹਨਾਂ ਨੂੰ ਕਰ ਪਾ ਰਿਹਾ ਹੈਗਾ. ਸੋ ਦਿਸ ਇਜ਼ ਦਾ ਡਿਸਐਡਵਾਂਟੇਜ ਆਫ ਦਿਸ ਮੈਥਡ. ਨੈਕਸਟ ਇਜ਼ ਰਿਐਕਸ਼ਨ ਕੈਨ ਨਾਟ ਬੀ ਵਾਚਡ. ਦੇਖੋ ਜਦੋਂ ਇਨਵੈਸਟੀਗੇਟਰ ਜਿਹੜਾ ਹੈਗਾ ਕੁਐਸਚਨਸ ਪੁੱਛਦਾ ਹੈਗਾ ਤੇ ਉਹਨੂੰ ਜਿਹੜੀ ਰਿਸਪੋਂਡੈਂਟ ਦੇ ਜਿਹੜੇ ਰਿਐਕਸ਼ਨਸ ਹੈਗੇ ਨੇ ਉਹ ਈਜ਼ੀਲੀ ਦੱਸ ਦਿੰਦੇ ਨੇ ਕਿ ਕਿਹੜੇ ਕੁਐਸਚਨਸ 'ਚੋਂ ਕੰਫਰਟੇਬਲ ਹੈ, ਕਿਹੜੇ ਕੁਐਸਚਨਸ 'ਚ ਨਹੀਂ. ਸੋ ਰਿਐਕਸ਼ਨਸ ਕੈਨ ਨਾਟ ਬੀ ਵਾਚਡ ਬਿਕੋਜ਼ ਇੰਟਰਵਿਊਅਰ ਜਿਹੜਾ ਹੈਗਾ ਉਹ ਕੀ ਕਰ ਰਿਹਾ, ਟੈਲੀਫੋਨਿਕ ਇੰਟਰਵਿਊ ਲੈ ਰਿਹਾ ਹੈਗਾ. ਸੋ ਰਿਐਕਸ਼ਨਸ ਕੈਨ ਨਾਟ ਬੀ ਵਾਚਡ, ਸੋ ਇੰਟਰਵਿਊਅਰ ਕੈਨ ਨਾਟ ਚੇਂਜ ਹਿਸ ਕੁਐਸਚਨਸ ਐਜ਼ ਪਰ ਸਿਚੁਏਸ਼ਨ. ਨਾਓ 3 ਮੈਥਡਸ ਆਫ ਕਲੈਕਸ਼ਨ ਆਫ ਡੇਟਾ ਕੰਪਲੀਟ ਹੋ ਗਏ, ਬਟ ਜਦੋਂ ਕਲੈਕਸ਼ਨ ਆਫ ਡੇਟਾ ਕੰਪਲੀਟ ਹੋ ਜਾਂਦੀ ਹੈ, ਸਾਡੇ ਕੁਐਸਚਨੇਅਰ ਸਕਸੈਸਫੁਲ ਹੋ ਜਾਂਦੇ ਨੇ, ਫਿਰ ਅਸੀਂ ਦੇਖਦੇ ਹਾਂ ਕਿ ਛੋਟਾ ਜਿਹਾ ਅਸੀਂ ਪ੍ਰੀ ਟੈਸਟਿੰਗ ਕਰਦੇ ਹਾਂ ਕੁਐਸਚਨੇਅਰ ਦੀ. ਡੈਟ ਪ੍ਰੀ ਟੈਸਟਿੰਗ ਜਿਹੜੀ ਅਸੀਂ ਕਰਦੇ, ਦਿਸ ਇਜ਼ ਨੋਨ ਐਜ਼ ਪਾਇਲਟ ਸਰਵੇ. ਅਸੀਂ ਛੋਟੇ ਜਿਹੇ ਸੈਂਪਲ ਆਫ ਪਾਪੂਲੇਸ਼ਨ ਦੇ ਉੱਪਰ ਜਿਹੜਾ ਸਾਡਾ ਕੁਐਸਚਨੇਅਰ ਸਕਸੈਸਫੁਲ ਹੁੰਦਾ ਹੈ, ਲਿਸਟ ਆਫ ਕੁਐਸਚਨਸ ਅਸੀਂ ਬਣਾਏ ਹੁੰਦੇ ਨੇ, ਉਹਨਾਂ ਦਾ ਅਸੀਂ ਸਕਸੈਸ ਰੇਟ ਚੈੱਕ ਕਰਨ ਵਾਸਤੇ ਅਸੀਂ ਕੀ ਕਰਦੇ, ਇੱਕ ਪਾਇਲਟ ਸਰਵੇ ਕਹਿੰਦੇ ਜਿਹਨੂੰ ਅਸੀਂ ਪ੍ਰੀ ਟੈਸਟਿੰਗ ਆਫ ਕੁਐਸਚਨੇਅਰ ਵੀ ਕਹਿੰਦੇ ਆ. ਸੋ ਪਾਇਲਟ ਸਰਵੇ ਕੀ ਹੈ, ਵਨਸ ਦਾ ਕੁਐਸਚਨੇਅਰ ਇਜ਼ ਰੈਡੀ
ਹੁਣ ਜਦੋਂ ਤੁਸੀਂ ਕੁਐਸਚਨੇਅਰ ਬਣਾ ਲਿਆ, ਇਟ ਇਜ਼ ਰੈਡੀ, ਇਟ ਇਜ਼ ਐਡਵਾਈਜ਼ੇਬਲ ਟੂ ਕੰਡਕਟ ਅ ਟਰਾਈ ਆਊਟ ਵਿਦ ਸਮॉल ਗਰੁੱਪ ਵਿਚ ਇਜ਼ ਨੋਨ ਐਜ਼ ਪਾਇਲਟ ਸਰਵੇ। ਅਸੀਂ ਕੀ ਕਰਦੇ ਹਾਂ, ਸਮॉल ਪੋਪੂਲੇਸ਼ਨ ਦੇ ਉੱਪਰ ਸਮॉल ਗਰੁੱਪ ਜਿਹੜਾ ਹੈਗਾ ਉਹਦੇ ਉੱਪਰ ਟਰਾਈ ਕਰਦੇ ਹਾਂ ਕਿ ਵੈਦਰ ਜਿਹੜਾ ਅਸੀਂ ਕੁਐਸਚਨੇਅਰ ਬਣਾਇਆ ਉਹਦਾ ਸਕਸੈਸ ਰੇਟ ਕੀ ਹੈ, ਕਿ ਕਿੰਨੇ ਪੀਪਲ ਜਿਹੜੇ ਹੈਗੇ ਨੇ ਇੰਟਰਸਟਿਡ ਹੈਗੇ ਨੇ, ਕਿੰਨਾ ਕੁ ਉਹਦਾ ਜਿਹੜੇ ਕੁਐਸਚਨਸ ਜਿਹੜੇ ਅਸੀਂ ਬਣਾਏ ਹੈਗੇ ਨੇ ਜਿਸ ਆਰਡਰ 'ਚ ਅਸੀਂ ਅਰੇਂਜ ਕੀਤੇ ਹੈਗੇ ਨੇ, ਜਨਰਲ ਟੂ ਸਪੈਸੀਫਿਕ ਹੈ, ਕੋਈ ਉਹ 'ਚ ਐਂਬੀਗੀਅਸ ਕੁਐਸਚਨ ਤੇ ਨਹੀਂ ਹੈਗਾ। ਇਹਨਾਂ ਸਾਰੀਆਂ ਚੀਜ਼ਾਂ ਦੀ ਜਿਹੜੀ ਸਕਸੈਸ ਰੇਟ ਕਿਹਦੇ ਉੱਪਰ ਡਿਪੈਂਡ ਕਰਦੀ ਹੈ, ਪਾਇਲਟ ਸਰਵੇ ਦੇ ਉੱਪਰ ਕਰਦੀ ਹੈ। ਬਟ ਪਾਇਲਟ ਸਰਵੇ ਦੇ ਵੀ ਐਡਵਾਂਟੇजेस ਨੇ। ਫਸਟ ਐਡਵਾਂਟੇਜ ਕੀ ਹੈ, ਦਿਸ ਮੈਥਡ ਹੈਲਪਸ ਇਨ ਪ੍ਰੋਵਾਈਡਿੰਗ ਪ੍ਰੀਲਿਮਿਨਰੀ ਆਈਡੀਆ ਅਬਾਊਟ ਦ ਸਰਵੇ। ਪੂਰੇ ਅਸੀਂ ਪੋਪੂਲੇਸ਼ਨ ਦੇ ਉੱਪਰ, ਪੂਰੇ ਕੰਟਰੀ ਦੇ ਉੱਪਰ ਜਾਂ ਪੂਰੇ ਲਾਰਜ ਏਰੀਆ ਦੇ ਉੱਪਰ ਕਰਨ ਤੋਂ ਪਹਿਲਾਂ ਪਾਇਲਟ ਸਰਵੇ ਸਾਨੂੰ ਇੱਕ ਸਟਾਰਟਿੰਗ ਦਾ ਹੀ ਸਾਨੂੰ ਇੱਕ ਅਸੀਂ ਆਈਡੀਆ ਦੇ ਦਿੰਦੀ ਹੈ ਕਿ ਸਕਸੈਸ ਕਿੰਨੀ ਕੁ ਹੋਏਗੀ ਇਸ ਸਰਵੇ ਦੀ, ਕਿੰਨਾ ਟਾਈਮ ਲੱਗਦਾ, ਕਿੰਨੀ ਕੁ ਕਾਸਟ ਲੱਗਦੀ ਹੈਗੀ ਹੈ, ਪੀਪਲ ਕਿਸ ਤਰੀਕੇ ਦੇ ਨਾਲ ਰਿਐਕਟ ਕਰਦੇ ਨੇ ਆਫਟਰ ਈਚ ਐਂਡ ਐਵਰੀ ਕੁਐਸਚਨ, ਉਹਦਾ ਸਾਨੂੰ ਜਿਹੜਾ ਹੈਗਾ ਪ੍ਰੀਲਿਮਿਨਰੀ ਆਈਡੀਆ ਕੌਣ ਦੇ ਦਿੰਦਾ ਹੈਗਾ, ਪਾਇਲਟ ਸਰਵੇ। ਨੈਕਸਟ, ਇਟ ਹੈਲਪਸ ਟੂ ਅੰਡਰਸਟੈਂਡ ਦ ਸ਼ਾਰਟਕਮਿੰਗਸ ਐਂਡ ਡਰਾਬੈਕਸ ਆਫ ਦ ਕੁਐਸਚਨਸ। ਇਹ ਸਾਨੂੰ ਕੀ ਅੰਡਰਸਟੈਂਡ ਕਰਨ 'ਚ ਹੈਲਪ ਕਰਦਾ ਹੈ ਕਿ ਜਦੋਂ ਸਾਡੇ ਕੁਐਸਚਨੇਅਰ 'ਚ ਕੋਈ ਪ੍ਰੋਬਲਮ ਤੇ ਨਹੀਂ ਹੈਗੀ, ਕੋਈ ਡਰਾਬੈਕਸ ਜਾਂ ਕੁਝ ਕਮੀਆਂ ਰਹਿ ਗਈਆਂ, ਉਹਨਾਂ ਨੂੰ ਅਸੀਂ ਪਾਇਲਟ ਸਰਵੇ ਦੇ ਵਿੱਚ ਪ੍ਰੋਪਰਲੀ ਅਸੀਂ ਅੰਡਰਸਟੈਂਡ ਕਰ ਸਕਦੇ ਹਾਂ, ਉਹਨਾਂ ਨੂੰ ਅਸੀਂ ਈਜ਼ੀਲੀ ਰਿਮੂਵ ਵੀ ਕਰ ਸਕਦੇ ਹਾਂ। ਬਿਕੋਜ਼ ਲਾਰਜਰ ਪੋਪੂਲੇਸ਼ਨ ਦੇ ਉੱਪਰ ਕਰਨ ਤੋਂ ਬਾਅਦ ਜੇ ਸਾਨੂੰ ਪਤਾ ਚੱਲੇਗਾ ਇਟਸ ਵੈਰੀ ਡਿਫਿਕਲਟ ਟੂ ਮੈਂਡ ਡੈਟ, ਬਟ ਜੇ ਅਸੀਂ ਪਾਇਲਟ ਸਰਵੇ ਦੇ ਵਿੱਚ ਜੇ ਸਾਨੂੰ ਸ਼ਾਰਟਕਮਿੰਗਸ ਤੇ ਡਰਾਬੈਕਸ ਪਤਾ ਚੱਲ ਜਾਂਦੇ ਨੇ, ਵੀ ਕੈਨ ਈਜ਼ੀਲੀ ਮੈਂਡ ਡੈਟ ਥਿੰਗ। ਨੈਕਸਟ ਇਜ਼ ਦ ਥਰਡ, ਇਹਦਾ ਐਡਵਾਂਟੇਜ ਕੀ ਆਉਂਦਾ ਹੈ, ਇਟ ਹੈਲਪਸ ਇਨ ਅਸੈਸਿੰਗ ਦ ਕੋਸਟ ਟਾਈਮ ਇਨਵੋਲਵਡ ਇਨ ਐਕਚੁਅਲ ਸਰਵੇ। ਸਾਨੂੰ ਪਾਇਲਟ ਸਰਵੇ ਤੋਂ ਐਕਚੁਅਲੀ ਪਤਾ ਚੱਲ ਜਾਂਦਾ ਹੈ ਕਿ ਇਹਨੂੰ ਕਿੰਨੀ ਕੁ ਕਾਸਟ ਲੱਗੇਗੀ, ਕਿੰਨੇ ਕੁ ਵਰਕਰਸ ਲੱਗਦੇ ਨੇ, ਔਰ ਹਰ ਵਾਰੀ ਕੁਐਸਚਨੇਅਰ ਜਿਹੜਾ ਹੈਗਾ ਇੱਕ ਸੋਲਵ ਕਰਨ ਦੇ ਉੱਪਰ ਕਿੰਨਾ ਟਾਈਮ ਲੱਗਦਾ ਹੈ। ਸੋ ਇਹਦੀ ਅਸੈਸਮੈਂਟ ਕਰਨ ਵਿੱਚ, ਕਾਸਟ ਤੇ ਟਾਈਮ ਦੀ ਅਸੈਸਮੈਂਟ ਕਰਨ 'ਚ ਸਾਨੂੰ ਐਕਚੁਅਲੀ ਕੌਣ ਹੈਲਪ ਕਰਦਾ ਹੈ, ਪਾਇਲਟ ਸਰਵੇ। Next है, it helps in assessing performance of enumerators, clarity of instructions and suitability of questions. देखो, enumerators are those who actually move to the field to collect data. ਜਿਹੜੇ ਅਸੀਂ enumerators trained ਕੀਤੇ ਨੇ, ਸਾਨੂੰ ਉਹਨਾਂ ਦੀ performance ਪਤਾ ਚੱਲਦੀ ਹੈ। ਕਲੈਰਿਟੀ ਆਫ ਇੰਸਟਰਕਸ਼ਨਸ ਕਿ ਜੇ ਅਸੀਂ ਕੁਐਸਚਨੇਅਰ ਫਿਲ ਕਰਵਾ ਰਹੇ ਹਾਂ ਉਸ ਤੋਂ ਪਹਿਲਾਂ ਸਾਨੂੰ ਕਿਹੜੀਆਂ ਇੰਸਟਰਕਸ਼ਨਸ ਦੇਣੀਆਂ ਹੈ ਜਿਹੜੀਆਂ ਈਜ਼ੀਲੀ ਅੰਡਰਸਟੈਂਡ ਕਰਦੀਆਂ, ਮੋਟੀਵੇਟ ਕਰਦੀਆਂ ਪੀਪਲ ਨੂੰ ਟੂ ਪਾਰਟਿਸਿਪੇਟ ਇਨ ਦਾ ਸਰਵੇ, ਉਹ ਸਾਰੇ ਬਾਰੇ ਦੱਸਦਾ। ਐਂਡ ਸੂਟੇਬਿਲਿਟੀ ਆਫ ਕੁਐਸਚਨਸ ਕਿ ਕੁਐਸਚਨ ਸਾਡੇ ਕਿੰਨੇ ਸੂਟੇਬਲ ਹੈਗੇ ਨੇ ਉਸ ਏਰੀਆ ਦੀ ਪੋਪੂਲੇਸ਼ਨ ਨੂੰ, ਇਹਨਾਂ ਸਾਰਿਆਂ 'ਚ ਹੈਲਪਫੁਲ ਕੌਣ ਹੁੰਦਾ, ਡੈਟ ਇਜ਼ ਦ ਪਾਇਲਟ ਸਰਵੇ। ਹੁਣ ਨੈਕਸਟ ਆਉਂਦਾ ਹੈਗਾ, ਅਸੀਂ ਬਹੁਤ ਵਰਡ ਯੂਜ਼ ਕਰਦੇ, ਪੋਪੂਲੇਸ਼ਨ ਅਸੀਂ ਸਟੈਟਸ ਵਿੱਚ ਲਿਆ, ਸੈਂਪਲ ਦੇ ਵਿੱਚ ਅਸੀਂ ਕਿਹਾ ਜੀ ਅਸੀਂ ਪੋਪੂਲੇਸ਼ਨ ਸਿਲੈਕਟ ਕਰਦੇ ਹਾਂ। ਸੋ ਇਹਦੇ ਵਿੱਚ ਕੀ ਆਉਂਦਾ, ਮੀਨਿੰਗ ਆਫ ਪੋਪੂਲੇਸ਼ਨ ਔਰ ਯੂਨੀਵਰਸ ਇਨ ਸਟੈਟਿਸਟਿਕਸ ਅਸੀਂ ਕਰਨ ਲੱਗੇ ਹਾਂ। ਪੋਪੂਲੇਸ਼ਨ ਵਰਡ ਯੂਜ਼ ਕਰਦੇ ਜਾਂ ਯੂਨੀਵਰਸ। ਦੇਖੋ, ਯੂਨੀਵਰਸ ਤੇ ਪੋਪੂਲੇਸ਼ਨ ਦਾ ਮਤਲਬ ਅਸੀਂ ਕੰਟਰੀ ਦੀ ਪੋਪੂਲੇਸ਼ਨ ਜਾਂ ਹੋਲ ਯੂਨੀਵਰਸ ਦੀ ਅਸੀਂ ਗੱਲ ਨਹੀਂ ਕੀਤੀ। ਇਹਦੇ ਵਿੱਚ ਜਿਹੜੇ ਸੈਂਪਲ ਦੇ ਉੱਪਰ ਤੁਸੀਂ ਕੰਡਕਟ ਕਰਨ ਜਾ ਰਹੇ ਹੋ ਸਰਵੇ, ਉਹ ਇਨਵੈਸਟੀਗੇਟਰ ਵਾਸਤੇ ਕਿਹਦਾ ਕੰਮ ਕਰਦਾ, ਪੋਪੂਲੇਸ਼ਨ ਕਹਿ ਲਓ ਭਾਵੇਂ ਯੂਨੀਵਰਸ ਕਹਿ ਲਓ। ਸੋ ਪੋਪੂਲੇਸ਼ਨ ਆਫ ਯੂਨੀਵਰਸ ਇਨ ਸਟੈਟਿਸਟਿਕਸ ਮੀਨਸ ਟੋਟਲ ਆਈਟਮਸ ਅੰਡਰ ਸਟੱਡੀ। ਅਸੀਂ ਕਿੰਨੀਆਂ ਆਈਟਮਸ ਸਟੱਡੀ ਦੇ ਅਸੀਂ ਕਰਨ ਜਾ ਰਹੇ ਹਾਂ। ਜੇ ਮੈਂ 10% ਕਰਨ ਜਾ ਰਹੀ ਤਾਂ ਮੇਰੇ ਵਾਸਤੇ ਯੂਨੀਵਰਸ, ਮੇਰੇ ਵਾਸਤੇ ਪੋਪੂਲੇਸ਼ਨ ਔਰ 10 ਪੀਪਲ ਹੋ ਜਾਣਗੇ। ਸੋ ਜਿੰਨੇ ਲੋਕਾਂ ਦੀ ਮੈਂ ਸਟੱਡੀ ਕਰਨ ਜਾ ਰਹੀ ਹਾਂ, ਜਿੰਨੇ ਪੀਪਲ ਨੂੰ ਮੈਂ ਇਨਵੋਲਵ ਕੀਤਾ ਆਪਣੀ ਸਟੱਡੀ ਵਾਸਤੇ, ਦੇ ਬਿਕਮ ਅ ਪੋਪੂਲੇਸ਼ਨ ਔਰ ਯੂਨੀਵਰਸ ਫॉर द ਇਨਵੈਸਟੀਗੇਟਰ। ਇਟ ਇਜ਼ ਐਕਚੁਅਲੀ ਅ ਗਰੁੱਪ ਟੂ ਵਿਚ ਦ ਰਿਜ਼ਲਟਸ ਆਫ ਸਟੱਡੀਜ਼ ਆਰ ਅਪਲਾਈਡ। ਅਸੀਂ ਆਪਣੀ ਸਟੱਡੀ ਜਿਹੜੀ ਕਰਦੇ, ਜਿਹੜੇ ਲੋਕਾਂ ਦੇ ਉੱਪਰ ਅਸੀਂ ਅਪਲਾਈ ਕਰਦੇ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਪੋਪੂਲੇਸ਼ਨ ਔਰ ਯੂਨੀਵਰਸ। ਸੋ ਬਿਫੋਰ ਸਿਲੈਕਟਿੰਗ ਅ ਸੈਂਪਲ, ਹੁਣ ਪੋਪੂਲੇਸ਼ਨ ਤੁਸੀਂ ਸੈਂਪਲ ਸਿਲੈਕਟ ਕਰਨਾ ਜਿਹਦੇ ਉੱਪਰ ਤੁਸੀਂ ਰਿਸਰਚ ਕਰਨੀ, ਪਹਿਲਾਂ ਅਸੀਂ ਕੀ ਸਿਲੈਕਟ ਕਰਾਂਗੇ, ਪੋਪੂਲੇਸ਼ਨ ਸਿਲੈਕਟ ਕਰਾਂਗੇ। ਫਿਰ ਜਿਹੜਾ ਹੈਗਾ ਇਨਵੈਸਟੀਗੇਟਰ ਸੋਚੇਗਾ ਮੈਂ ਕਿਹੜਾ ਮੈਥਡ ਇਹਦੇ ਉੱਪਰ ਅਪਲਾਈ ਕਰਨਾ ਹੈ। ਸੋ ਪੋਪੂਲੇਸ਼ਨ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ ਬਿਕੋਜ਼ ਉਹਦੇ ਉੱਪਰ ਸਾਰੇ ਜਿਹੜੇ ਹੈਗੇ ਅਸੀਂ ਟੈਸਟ ਜਿਹੜੇ ਕੰਡਕਟ ਕਰਨੇ ਹੁੰਦੇ ਨੇ, ਸਰਵੇਸ ਕੰਡਕਟ ਕਰਨੇ ਨੇ। ਸੋ ਪੋਪੂਲੇਸ਼ਨ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ ਇਨ ਦ ਕਲੈਕਸ਼ਨ ਆਫ ਡੇਟਾ। ਥੈਂਕ ਯੂ।